सत श्री अकाल। न्यूज़ 18 पंजाब हरियाणा हिमाचल देख रहे सारे दर्शकों का स्वागत। मैं अमृत विरदी। बुलेटिन की शुरुआत करते हैं ਵੱਡੀ खबर ਦੇ ਨਾਲ। ਤਾਂ ਗਾਇਕ ਸ਼੍ਰੀ ਬਰਾੜ ਨੂੰ ਜ਼ਮਾਨਤ ਮਿਲ ਗਈ ਹੈ। ਜੀ ਹਾਂ, ਪਟਿਆਲਾ ਦੀ ਕੋਰਟ ਨੇ ਸ਼੍ਰੀ ਬਰਾੜ ਨੂੰ ਜ਼ਮਾਨਤ ਦਿੱਤੀ ਹੈ। 50,000 ਦੇ ਨਿੱਜੀ ਮੁਚਲਕੇ ਤੇ ਸ਼੍ਰੀ ਬਰਾੜ ਨੂੰ ਜ਼ਮਾਨਤ ਮਿਲੀ ਹੈ। ਦਰਅਸਲ ਭੜਕਾਊ ਗਾਣੇ ਗਾਉਣ ਨੂੰ ਲੈ ਕੇ ਗ੍ਰਿਫਤਾਰੀ ਹੋਈ ਸੀ ਸ਼੍ਰੀ ਬਰਾੜ ਦੀ ਪਿਛਲੇ ਦਿਨਾਂ ਦੇ ਵਿੱਚ। ਉਸ ਤੋਂ ਬਾਅਦ ਜੋ ਪਟਿਆਲਾ ਦੀ ਕੋਰਟ ਨੇ ਹੁਣ ਜ਼ਮਾਨਤ ਸ਼੍ਰੀ ਬਰਾੜ ਨੂੰ ਦੇ ਦਿੱਤੀ ਹੈ। 50,000 ਦੇ ਨਿੱਜੀ ਮੁਚਲਕੇ ਦੇ ਨਾਲ ਸ਼੍ਰੀ ਬਰਾੜ ਨੂੰ ਜ਼ਮਾਨਤ ਦਿੱਤੀ ਗਈ ਹੈ। ਤਾਂ ਪੰਜਾਬੀ ਗਾਇਕ ਵੀ ਨੇ ਤੇ ਰਾਈਟਰ ਵੀ ਨੇ ਸ਼੍ਰੀ ਬਰਾੜ। ਹੁਣ ਤੱਕ ਕਈ ਗਾਣੇ ਲਿਖ ਚੁੱਕੇ ਨੇ, ਪਰ ਪਿਛਲੇ ਦਿਨਾਂ ਦੇ ਵਿੱਚ ਭੜਕਾਊ ਗਾਣਾ ਗਾਉਣ ਨੂੰ ਲੈ ਕੇ ਜੋ ਵਿਵਾਦ ਹੋ ਗਿਆ ਸੀ, ਉਸ ਤੋਂ ਬਾਅਦ ਸ਼੍ਰੀ ਬਰਾੜ ਨੂੰ ਹੁਣ ਜ਼ਮਾਨਤ ਮਿਲ ਗਈ ਹੈ। 50,000 ਦੇ ਮੁਚਲਕੇ ਤੇ ਜ਼ਮਾਨਤ ਦਿੱਤੀ ਗਈ ਹੈ ਪਟਿਆਲਾ ਦੀ ਅਦਾਲਤ ਦੇ ਵੱਲੋਂ ਸ਼੍ਰੀ ਬਰਾੜ ਨੂੰ। ਪਿਛਲੇ ਦਿਨਾਂ ਦੇ ਵਿੱਚ ਹੀ ਦੱਸ ਦਈਏ ਕਿ ਭੜਕਾਊ ਗਾਣਾ ਗਾਉਣ ਨੂੰ ਲੈ ਕੇ ਗ੍ਰਿਫਤਾਰੀ ਹੋਈ ਸੀ ਪੰਜਾਬੀ ਗਾਇਕ ਸ਼੍ਰੀ ਬਰਾੜ ਦੀ। ਤੇ ਇਸ ਗ੍ਰਿਫਤਾਰੀ ਤੋਂ ਬਾਅਦ ਹਾਲਾਂਕਿ ਕੁਝ ਅਫਵਾਹਾਂ ਵੀ ਸਾਹਮਣੇ ਆ ਰਹੀਆਂ ਸੀ ਸ਼੍ਰੀ ਬਰਾੜ ਦੇ ਪਿਤਾ ਦੀ ਗ੍ਰਿਫਤਾਰੀ ਨੂੰ ਲੈ ਕੇ, ਪਰ ਉਸ ਤੋਂ ਬਾਅਦ ਗੱਲ ਸਾਹਮਣੇ ਆਈ ਕਿ ਇਹ ਸਿਰਫ ਸ਼੍ਰੀ ਬਰਾੜ ਦੀ ਹੀ ਗ੍ਰਿਫਤਾਰੀ ਹੋਈ ਹੈ। ਉਹਨਾਂ ਦੇ ਪਿਤਾ ਦੀ ਜੋ ਗ੍ਰਿਫਤਾਰੀ ਦੀ ਗੱਲ ਸਾਹਮਣੇ ਆ ਰਹੀ ਹੈ ਉਹ ਬਿਲਕੁਲ ਇੱਕ ਅਫਵਾਹ ਹੈ। ਤਾਂ ਹੁਣ ਸ਼੍ਰੀ ਬਰਾੜ ਨੂੰ ਪਟਿਆਲਾ ਅਦਾਲਤ ਦੇ ਵੱਲੋਂ ਜ਼ਮਾਨਤ ਦਿੱਤੀ ਗਈ ਹੈ। ਪੰਜਾਬੀ ਗਾਇਕ ਤੇ ਗੀਤਕਾਰ ਨੇ ਸ਼੍ਰੀ ਬਰਾੜ ਪਟਿਆਲਾ ਦੀ ਸੈਸ਼ਨ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਜ਼ਿਲ੍ਹਾ ਸੈਸ਼ਨ ਜੱਜ ਰਜਿੰਦਰ ਅਗਰਵਾਲ ਦੀ ਕੋਰਟ ਵੱਲੋਂ 50,000 ਦੇ ਮੁਚਲਕੇ ਤੇ ਸ਼੍ਰੀ ਬਰਾੜ ਨੂੰ ਜ਼ਮਾਨਤ ਦੇਣ ਦੇ ਹੁਕਮ ਦਿੱਤੇ ਗਏ ਨੇ, ਜਿਸ ਦੇ ਚੱਲਦਿਆਂ ਹੁਣ ਸ਼੍ਰੀ ਬਰਾੜ ਦੀ ਰਿਹਾਈ ਹੋ ਸਕਦੀ ਹੈ। ਮਨੋਜ ਮੇਰੇ ਸਹਿਯੋਗੀ ਜ਼ਿਆਦਾ ਜਾਣਕਾਰੀ ਲਈ ਜੁੜੇ ਨੇ। ਤਾਂ ਮਨੋਜ, गिरफ्तारी तो बाद हुण राहत मिली है, जमानत दे दी गई है, फिलहाल की रिहाई हो गई है श्री बराड़ दी या होर की कुछ जानकारी? जी ਜਿਹੜੀ ਹੁਣ ਤੱਕ ਅਮਰਿਤ ਜਾਣਕਾਰੀ ਇਹੀ ਹੈ ਕਿ ਉਹਨਾਂ ਨੂੰ ਬੇਸ਼ੱਕ ਜ਼ਮਾਨਤ ਮਿਲ ਗਈ ਹੈ ਮਾਣਯੋਗ ਅਦਾਲਤ ਦੇ ਵੱਲੋਂ, ਪਰ ਕਿਉਂਕਿ ਜਿਹੜੀ ਕਿ ਕਾਨੂੰਨੀ ਪ੍ਰਕਿਰਿਆਵਾਂ ਹੁੰਦੀਆਂ ਨੇ ਉਹਨਾਂ ਨੂੰ ਪੂਰੀਆਂ ਕਰਨ ਤੋਂ ਬਾਅਦ ਹੀ ਉਹਨਾਂ ਦੀ ਜਿਹੜੀ ਰਿਹਾਈ ਅੱਜ ਸ਼ਾਮ ਤੱਕ ਹੋ ਜਾਏਗੀ। ਉਹਨਾਂ ਦੇ ਵਕੀਲ ਨੇ ਵੀ ਜਾਣਕਾਰੀ ਇਹੀ ਦਿੱਤੀ ਹੈ ਕਿ ਅਸੀਂ ਮਾਣਯੋਗ ਅਦਾਲਤ ਦੇ ਜਿਹੜੇ ਹੁਕਮ ਨੇ ਉਹਨਾਂ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਇਹ ਜਿਹੜੇ ਆਰਡਰ ਨੇ ਅਦਾਲਤ ਦੀ ਆਰਡਰ ਨੇ ਉਹ ਜਾਣਗੇ ਜੇਲ੍ਹ ਦੇ ਵਿੱਚ, ਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਰਿਹਾਈ ਹੋਵੇਗੀ। ਤੇ ਜਿਹੜੀ ਹੁਣ ਤੱਕ ਜਾਣਕਾਰੀ ਹੈ ਉਹੀ ਅੰਮ੍ਰਿਤ ਕੀ ਅੱਜ ਸ਼ਾਮ ਤੱਕ ਸ਼੍ਰੀ ਬਰਾੜ ਦੀ ਜਿਹੜੀ ਜੇਲ੍ਹ ਚ ਰਿਹਾਈ ਹੈਗੀ ਹੋ ਜਾਏਗੀ। ਜੀ शुक्रिया मनोज फिलहाल इस सारी जानकारी दे लई। अज शाम तक श्री बराड़ नूं जेल तो बाहर आ सकणगे क्योंकि बेल नूं मंजूरी मिल गई है। श्री बराड़ दे वकील ने दस्सिया कि सैशन कोर्ट च दोवां पक्षां दीयां दलीलां सुणीआं गईआं, उस तो बाद उन्हां दी जमानत मंजूर कर ली गई है। हुण श्री बराड़ वल्लों अपना पासपोर्ट जमा करवाया जाएगा ते नाल ही वकील ने भी दस्सिया कि जज वल्लों खास हिदायत दित्ती गई है श्री बराड़ नूं कि भविख विच ਉਹ ਅਜਿਹੇ ਗੀਤ ਨਾ ਲਿਖਣ ਜਾਂ ਫਿਰ ਨਾ ਗਾਉਣ ਜਿਨ੍ਹਾਂ ਦੇ ਨਾਲ ਮੁਸ਼ਕਿਲਾਂ ਉਹਨਾਂ ਦੀਆਂ ਵੱਧ ਸਕਦੀਆਂ ਨੇ। ਤਾਂ ਦੱਸ ਦਈਏ ਕਿ ਸ਼੍ਰੀ ਬਰਾੜ ਦਾ ਪਿਛਲੇ ਦਿਨੀ ਜੋ ਇੱਕ ਗਾਣਾ ਰਿਲੀਜ਼ ਹੋਇਆ ਸੀ ਜਾਨ, ਉਸ ਜਾਨ ਗੀਤ ਨੂੰ ਲੈ ਕੇ ਹੀ ਵਿਵਾਦ ਖੜਾ ਹੋਇਆ ਸੀ ਤੇ ਇਸੇ ਦੇ ਚੱਲਦਿਆਂ ਸ਼੍ਰੀ ਬਰਾੜ ਦੀ ਗ੍ਰਿਫਤਾਰੀ ਹੋਈ ਸੀ। ਤੇ ਹੁਣ ਪਟਿਆਲਾ ਦੀ ਅਦਾਲਤ ਦੇ ਵੱਲੋਂ ਸ਼੍ਰੀ ਬਰਾੜ ਨੂੰ ਜ਼ਮਾਨਤ 50,000 ਦੇ ਨਿੱਜੀ ਮੁਚਲਕੇ ਦੇ ਨਾਲ ਦੇ ਦਿੱਤੀ ਗਈ ਹੈ ਤੇ ਸ਼ਾਮ ਤੱਕ ਉਹਨਾਂ ਦੀ ਰਿਹਾਈ ਹੋ ਜਾਏਗੀ। कोविड का ट्रीटमेंट वो टोटली फ्री है। ये गल कहनी चाहना साड़ी सरकार वालों कोई पैसा चार्ज नहीं किया जाऊगा, फ्री ऑफ कॉस्ट लाई जाएगी। ਤਾਂ ਕੋਰੋਨਾ ਦੀ ਮਹਾਮਾਰੀ ਦੇ ਦੌਰ ਦੇ ਵਿੱਚ ਪੰਜਾਬ ਵਾਸੀਆਂ ਦੇ ਲਈ ਵੱਡੀ ਰਾਹਤ ਦੀ ਖਬਰ ਹੈ। ਪੰਜਾਬ 'ਚ ਸਾਰਿਆਂ ਨੂੰ ਮੁਫਤ ਵੈਕਸੀਨ ਲੱਗੇਗੀ। ਜੀ ਹਾਂ, ਕੋਰੋਨਾ ਵੈਕਸੀਨ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਸਾਰੇ ਲੋਕਾਂ ਨੂੰ ਮੁਫਤ ਲਗਾਈ ਜਾਵੇਗੀ ਵੈਕਸੀਨ। ਵੈਕਸੀਨੇਸ਼ਨ ਦਾ ਪੂਰਾ ਖਰਚਾ ਪੰਜਾਬ ਸਰਕਾਰ ਚੁੱਕੇਗੀ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਾਸੀਆਂ ਨੂੰ ਮੁਫਤ ਵੈਕਸੀਨ ਦਿੱਤੀ ਜਾਵੇਗੀ। ਹਾਲਾਂਕਿ ਇਸ ਦੇ ਨਾਲ ਹੀ ਸਿਹਤ ਮੰਤਰੀ केंद्र सरकार ते निशाना साधते नजर आए। कहा कि केंद्र मुफ्त वैक्सीन दे अपने वादे तो पलट रही है। मोदी सरकार ने पहला कुछ किया ते हुण कुछ किया जा रहा है। तो दस दईए कि केंद्र सरकार दे वल्लों जो केंद्रीय सेहत मंत्री ने डॉक्टर हर्षवर्धन उन्हां दे वल्लों जो बयान सामने आया है कि सिर्फ जो फ्रंट लाइन वॉरियर्स ने उन्हां नूं ही वैक्सीन मुफ्त दी जाएगी। तो हालांकि जो सूबे ने सूबे दी सरकारां ने वो अपने पद्धर ते जरूर इनिशिएटिव लै रही ने। केरला की जो सरकार है, केरल की सरकार ने भी मुफ्त वैक्सीन देने की गल कही है। ओडिशा की सरकार ने मुफ्त वैक्सीन देने की गल कही है। वैस्ट बंगाल के वल्लों मुफ्त वैक्सीन अपने सूबे के लोगों को देने की गल आखी जा रही है। पंजाब भी
ਉਹਨਾਂ ਸੂਬਿਆਂ ਦੇ ਵਿੱਚ ਹੁਣ ਸ਼ਾਮਿਲ ਹੋ ਗਿਆ ਜਿਹੜੇ ਆਪਣੀ ਜਨਤਾ ਨੂੰ ਮੁਫਤ ਵੈਕਸੀਨ ਦੇਣਗੇ। ਤਾਂ ਪਰ ਕੇਂਦਰ ਤੇ ਨਿਸ਼ਾਨਾ ਜ਼ਰੂਰ ਸਾਧਿਆ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਵੱਲੋਂ, ਪਰ ਪੰਜਾਬ ਵਾਸੀਆਂ ਦੇ ਲਈ ਇੱਕ ਵੱਡੀ ਜ਼ਰੂਰ ਰਾਹਤ ਦੀ ਗੱਲ ਹੈ ਕਿ ਉਹਨਾਂ ਨੂੰ ਇਸ ਮਹਾਮਾਰੀ ਤੋਂ ਨਿਜਾਤ ਪਾਉਣ ਦੇ ਲਈ ਜੋ ਵੈਕਸੀਨ ਹੈ ਉਹ ਮੁਫਤ ਮਿਲੇਗੀ, ਕੋਈ ਪੈਸਾ ਉਹਨਾਂ ਨੂੰ ਨਹੀਂ ਦੇਣਾ ਹੋਵੇਗਾ। ਸਰ ਜਿਵੇਂ ਸਰਕਾਰ ਦੇ ਵੱਲੋਂ ਵੀ ਇਹ ਬਿਆਨ ਆਇਆ ਸੀਗਾ ਕਿ ਪਹਿਲਾਂ ਮੁਫਤ ਦਿੱਤੀ ਜਾਏਗੀ, ਲੇਕਿਨ ਫਿਰ ਆਇਆ ਕਿ ਫਰੰਟ ਲਾਈਨ ਵਰਕਰਸ ਦੇ ਲਈ ਮੁਫਤ ਹੋਏਗੀ। ਪੰਜਾਬ ਦੇ ਵਿੱਚ ਕੀ ਆਮ ਲੋਕਾਂ ਨੂੰ ਪੇ ਕਰਨਾ ਹੋਏਗਾ ਇਸ ਦੇ ਲਈ, ਤੇ ਅਗਰ ਪੇ ਕਰਨਾ ਹੋਏਗਾ ਕੀ ਪੇ ਕਰਨਾ ਹੋਏਗਾ? ਦੇਖੋ, ਪਹਿਲੀ ਗੱਲ ਤਾਂ ਸਾਡੇ ਸੀਐਮ ਸਾਹਿਬ ਨੇ ਪਹਿਲੇ ਦਿਨ ਤੋਂ ਡੇ 1 ਤੋਂ ਇਹ ਗੱਲ ਕੀਤੀ ਹੈ ਕਿ ਵੀ ਅਸੀਂ ਜਿਹੜੀ ਕੋਵਿਡ ਦਾ ਟ੍ਰੀਟਮੈਂਟ ਉਹ ਟੋਟਲੀ ਫ੍ਰੀ ਹੈ। ਹੁਣ ਵੀ ਮੈਂ ਇਹ ਗੱਲ ਕਹਿਣੀ ਚਾਹੁੰਦਾ, ਸਾਡੀ ਸਰਕਾਰ ਵੱਲੋਂ ਕੋਈ ਪੈਸਾ ਚਾਰਜ ਨਹੀਂ ਕੀਤਾ ਜਾਊਗਾ, ਫ੍ਰੀ ਆਫ ਕਾਸਟ ਲਾਈ ਜਾਏਗੀ। ਪਰ ਮੈਂ ਸੈਂਟਰ ਗੌਰਮੈਂਟ ਨੂੰ ਇਹ ਕਹਿਣਾ, ਜਿਹੜਾ ਉਹਨਾਂ ਦਾ ਡਬਲ ਫੇਸ ਨਹੀਂ ਹੋਣਾ ਚਾਹੀਦਾ। ਇੱਕ ਘੰਟਾ ਪਹਿਲਾਂ ਉਹ ਕੁਝ ਕਹਿੰਦੇ ਨੇ, ਘੰਟੇ ਬਾਅਦ ਆਪਣਾ ਜਿਹੜਾ ਚੇਂਜ ਕਰਦੇ ਨੇ, ਜਿਹੜਾ ਉਹਨਾਂ ਦਾ ਵਰਤਾਰਾ ਹੈਗਾ ਉਹ ਗਲਤ ਹੈਗਾ। ਬਲਕਿ ਸੈਂਟਰ ਨੂੰ ਇਸ ਵੇਲੇ ਇੱਕ ਫਾਦਰ ਵਾਲਾ ਰੋਲ ਪਲੇ ਕਰਨਾ ਚਾਹੀਦਾ ਕਿ ਉਹ ਸਾਰੇ ਲੋਕਾਂ ਦੀ ਉਮੀਦ ਸੈਂਟਰ 'ਤੇ ਹੁੰਦੀ ਹੈ। ਜਦੋਂ ਕੋਈ ਤਿੰਨਾ ਟੈਕਸ ਰੈਵਨਿਊ ਸਾਰਾ ਇਕੱਠਾ ਹੁੰਦਾ, ਕਲੈਕਟ ਹੁੰਦਾ, ਸਾਰਾ ਸੈਂਟਰ ਗੌਰਮੈਂਟ ਕੋਲ ਜਾਂਦਾ ਹੈ। ਔਰ ਸੈਂਟਰ ਦੀ ਡਿਊਟੀ ਵੀ ਬਣਦੀ ਹੈ ਕਿ ਉਹ ਸਾਡੀ ਮਦਦ ਕਰੇ। ਸਾਡੀ ਕਰੋਨਾ ਦੇ ਵਿੱਚ ਸੈਂਟਰ ਨੇ ਕੋਈ ਮਦਦ ਨਹੀਂ ਕੀਤੀ ਜਦੋਂ ਕੋਈ ਕਰਨੀ ਬਣਦੀ ਸੀ, ਲੇਕਿਨ ਹੁਣ ਉਹਨਾਂ ਨੂੰ ਚਾਹੀਦਾ ਕਿ ਜਿਹੜੇ ਕੋਵਿਡ ਇਕੱਲੇ ਪੰਜਾਬ ਨੂੰ ਨਹੀਂ, ਸਮੁੱਚੇ ਸਾਰੇ ਹਿੰਦੁਸਤਾਨ ਦੇ ਸਟੇਟਸ ਨੂੰ ਫ੍ਰੀ ਦੇਣੀ ਚਾਹੀਦੀ ਹੈ। ਤਾਂ ਪੰਜਾਬ ਖਰਚਾ ਖੁਦ ਚੱਕੇਗਾ? ਅਸੀਂ ਜੇ ਕੋਈ ਪੈਸਾ ਖਰਚ ਹੁੰਦਾ ਹੈਗਾ ਤਾਂ ਉਹ ਅਸੀਂ ਸਾਡੀ ਸਰਕਾਰ ਉਹਨੂੰ ਬੇਅਰ ਕਰੇਗੀ। ਤਾਂ 16 ਤਰੀਕ ਨੂੰ ਲਾਂਚ ਹੋਣੀ ਹੈ ਕੋਵਿਸ਼ੀਲਡ ਵੈਕਸੀਨ। ਪੰਜਾਬ ਦੇ ਵਿੱਚ ਪਹਿਲਾ ਲਾਟ ਆ ਚੁੱਕਿਆ ਤੇ ਜਿਵੇਂ ਸਰ ਨੇ ਦੱਸਿਆ ਕਿ ਪਹਿਲਾਂ ਹੈਲਥ ਵਰਕਰਸ ਨੂੰ, ਫਰੰਟ ਲਾਈਨ ਵਰਕਰਸ ਦੇ ਲਈ ਇਹ ਵੈਕਸੀਨ ਹੋਏਗੀ, ਉਹਨਾਂ ਦੀ ਬਕਾਇਦਾ ਕੰਸੈਂਟ ਲਈ ਜਾਏਗੀ। ਫਿਰ 50 ਸਾਲ ਤੋਂ ਉੱਪਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੈਕਸੀਨ ਲਾਈ ਜਾਏਗੀ, ਉਹ ਵੀ ਪੋਰਟਲ ਦੇ ਉੱਤੇ ਜਾ ਕੇ ਵੈਕਸੀਨ ਦੇ ਲਈ ਲਗਾਉਣ ਦੇ ਲਈ ਅਪਲਾਈ ਕਰ ਸਕਦੇ ਨੇ। ਤੇ ਫਿਰ ਉਸ ਤੋਂ ਬਾਅਦ ਡਾਊਨ ਦ ਲਾਈਨ ਸਾਰੇ ਜਿਹੜੇ ਲੋਕ ਨੇ ਉਹਨਾਂ ਦੇ ਲਈ ਅਵੇਲੇਬਲ ਹੋਏਗੀ। ਤਾਂ ਪੰਜਾਬ ਦੇ ਵਿੱਚ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਵੀ ਪਹੁੰਚ ਚੁੱਕੀ ਹੈ। ਸੂਬੇ 'ਚ ਵੱਖ-ਵੱਖ ਵੈਕਸੀਨ ਸੈਂਟਰ ਬਣਾਏ ਗਏ ਨੇ। ਵੈਕਸੀਨੇਸ਼ਨ ਨੂੰ ਲੈ ਕੇ ਕੀ ਤਿਆਰੀਆਂ ਕੀਤੀਆਂ ਗਈਆਂ ਨੇ, ਇਸ ਬਾਰੇ ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਦੇ ਨਾਲ ਗੱਲਬਾਤ ਕੀਤੀ ਸਾਡੇ ਸਹਿਯੋਗੀ ਮਨੋਜ ਰਾਠੀ ਨੇ। ਨਾਲ ਪ੍ਰਮੁੱਖ ਸਕੱਤਰ ਹੁਸੈਨ ਲਾਲ ਜੀ ਨੇ ਜਿਹੜੇ ਹੁਣ ਪੂਰਾ ਇਹ ਸਾਰਾ ਸੁਪਰਵਾਈਜ਼ ਕਰ ਰਹੇ ਨੇ। ਸਰ, ਸਭ ਤੋਂ ਪਹਿਲਾਂ ਇੱਥੇ ਜਿਹੜਾ ਪਹੁੰਚ ਚੁੱਕਿਆ ਲੋਟ 2,04,500 ਜਿਹੜੇ ਵੈਕਸੀਨ ਪਹੁੰਚੀ ਹੈ, ਤੇ ਹੁਣ ਨੈਕਸਟ ਪ੍ਰੋਸੀਜਰ ਕੀ ਹੋਏ, ਕਿਉਂਕਿ 16 ਤੋਂ 22 ਜ਼ਿਲ੍ਹਿਆਂ ਦੇ ਵਿੱਚ ਇੱਥੋਂ ਇਹ ਭੇਜੀ ਜਾਏਗੀ। ਤਕਰੀਬਨ 10,000 ਦੇ ਕਰੀਬ ਸਾਡੇ ਕੋਲ ਜੋ ਇਨਫੋਰਮੇਸ਼ਨ ਆਈ ਹੈ ਉਹ ਸੈਂਟਰਲ ਤਾਂ ਫਿਲਹਾਲ ਜੋ ਵੈਕਸੀਨ ਹੈ ਉਹ ਪਹੁੰਚ ਚੁੱਕੀ ਹੈ। 2,04,000 ਵੈਕਸੀਨ ਜੋ ਹੈ ਉਹ ਪੰਜਾਬ ਦੇ ਲਈ ਫਿਲਹਾਲ ਪਹੁੰਚੀ ਹੈ। ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੈਕਸੀਨ ਪੰਜਾਬ ਨੂੰ ਮਿਲੇਗੀ। ਤਾਂ ਫਿਲਹਾਲ ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਫਿਰੋਜ਼ਪੁਰ ਦੇ ਵਿੱਚ ਇਸ ਵੈਕਸੀਨ ਨੂੰ ਭਿਜਵਾਇਆ ਜਾਵੇਗਾ ਤੇ 16 ਜਨਵਰੀ ਨੂੰ ਟੀਕਾਕਰਨ ਹੋਵੇਗਾ। ਫਰੰਟ ਲਾਈਨ ਵਾਰੀਅਰਸ ਨੂੰ ਸਭ ਤੋਂ ਪਹਿਲਾਂ ਟੀਕਾ ਲਗਾਇਆ ਜਾਵੇਗਾ। ਕੋਵਿਡ ਦਾ ਟ੍ਰੀਟਮੈਂਟ ਉਹ ਟੋਟਲੀ ਫ੍ਰੀ ਹੈ। ਇਹ ਗੱਲ ਕਹਿਣੀ ਚਾਹੁੰਦਾ, ਸਾਡੀ ਸਰਕਾਰ ਵੱਲੋਂ ਕੋਈ ਪੈਸਾ ਚਾਰਜ ਨਹੀਂ ਕੀਤਾ ਜਾਊਗਾ, ਫ੍ਰੀ ਆਫ ਕਾਸਟ ਲਾਈ ਜਾਏਗੀ। ਤੇ ਉਧਰ ਗੱਲ ਕਰਦੇ ਹਾਂ ਕਿਸਾਨਾਂ ਦੇ ਅੰਦੋਲਨ ਦੀ ਜੋ ਲਗਾਤਾਰ ਜਾਰੀ ਹੈ। ਬਿਲਕੁਲ ਬੇਸ਼ੱਕ ਖੇਤੀ ਕਾਨੂੰਨਾਂ ਦੇ ਅਮਲ ਤੇ ਤਾਂ ਬ੍ਰੇਕ ਲੱਗ ਗਈ ਹੈ, ਪਰ ਕਿਸਾਨਾਂ ਦੇ ਅੰਦੋਲਨ ਤੇ ਬ੍ਰੇਕ ਲੱਗਦੀ ਨਜ਼ਰ ਨਹੀਂ ਆ ਰਹੀ। ਅੱਜ ਬਾਰਡਰਾਂ ਤੇ ਲੋਹੜੀ ਦਾ ਤਿਉਹਾਰ ਕਿਸਾਨਾਂ ਦੇ ਵੱਲੋਂ ਆਪਣੇ ਢੰਗ ਨਾਲ ਮਨਾਇਆ ਜਾ ਰਿਹਾ ਹੈ। ਲੋਹੜੀ ਮੌਕੇ ਦਿੱਲੀ ਦੇ ਬਾਰਡਰਾਂ ਤੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਰਹੇ ਨੇ ਕਿਸਾਨ। ਸਿੰਘੂ ਬਾਰਡਰ ਤੇ ਪੰਜਾਬੀ ਗਾਇਕ ਬੱਬੂ ਮਾਨ ਵੀ ਪਹੁੰਚੇ ਤੇ ਕਿਸਾਨਾਂ ਦੇ ਨਾਲ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ। ਬੱਬੂ ਮਾਨ ਆਪਣੀ ਲੋਹੜੀ ਕਿਸਾਨਾਂ ਦੇ ਨਾਲ ਮਨਾਉਣ ਦੇ ਲਈ ਪਹੁੰਚੇ। ਹਾਲਾਂਕਿ ਦੱਸਦੇ ਕਿ ਕਿਸਾਨਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਲੋਹੜੀ ਦੇ ਤਿਉਹਾਰ ਤੇ ਮੌਕੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਨਗੇ ਤੇ ਨਾਲ ਹੀ ਇੱਥੇ ਕੇਂਦਰ ਸਰਕਾਰ ਦੇ ਖਿਲਾਫ, ਇਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਵੱਲੋਂ ਗੀਤ ਵੀ ਗਾਏ ਜਾ ਰਹੇ ਨੇ। ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਬੱਬੂ ਮਾਨ ਵੀ ਆਪਣੀ ਲੋਹੜੀ ਮਨਾਉਣ ਦੇ ਲਈ ਪਹੁੰਚੇ ਸਿੰਘੂ ਬਾਰਡਰ ਤੇ। ਇੱਥੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਤੋਂ ਪਹਿਲਾਂ ਵੀ ਬੱਬੂ ਮਾਨ ਨੇ ਤੇ ਹੋਰ ਬਹੁਤ ਸਾਰੇ ਜੋ ਪੰਜਾਬੀ ਗਾਇਕ ਨੇ, ਕਲਾਕਾਰ ਨੇ, ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਨੇ, ਉਹ ਵਾਰੀ-ਵਾਰੀ ਜਾਂਦੇ ਨੇ, ਆਪਣਾ ਸਮਰਥਨ ਦੇਣ ਦੇ ਲਈ ਪਹੁੰਚਦੇ ਨੇ ਵੱਖ-ਵੱਖ ਬਾਰਡਰਾਂ ਤੇ, ਕਿਸਾਨਾਂ ਦੀ ਹਮਾਇਤ ਕਰਨ ਦੇ ਲਈ ਜਾਂਦੇ ਨੇ। ਤਾਂ ਅੱਜ ਬੱਬੂ ਮਾਨ ਪਹੁੰਚੇ ਲੋਹੜੀ ਦੇ ਤਿਉਹਾਰ ਮੌਕੇ ਆਪਣੀ ਲੋਹੜੀ ਕਿਸਾਨਾਂ ਦੇ ਨਾਲ ਮਨਾਉਣ ਦੇ ਲਈ ਤੇ ਕਿਸਾਨਾਂ ਦੇ ਵੱਲੋਂ ਸ਼ਾਮ ਨੂੰ ਵੀ ਪ੍ਰੋਗਰਾਮ ਉਲੀਕੇ ਗਏ ਨੇ।
ਤਾਂ ਅੱਜ ਲੋਹੜੀ ਦਾ ਤਿਉਹਾਰ ਕਿਸਾਨਾਂ ਦੇ ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਇਆ ਜਾਵੇਗਾ। ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ 26 ਜਨਵਰੀ ਦੇ ਟਰੈਕਟਰ ਮਾਰਚ ਨੂੰ ਲੈ ਕੇ ਵੀ ਪੂਰੀ ਤਰ੍ਹਾਂ ਤਿਆਰ ਨੇ। ਇਸ ਤੋਂ ਪਹਿਲਾਂ 15 ਜਨਵਰੀ ਨੂੰ ਮੀਟਿੰਗ ਵੀ ਹੋਣ ਜਾ ਰਹੀ ਹੈ ਸਰਕਾਰ ਅਤੇ ਕਿਸਾਨਾਂ ਦੇ ਵਿਚਾਲੇ। ਤਾਂ ਬੇਸ਼ੱਕ ਕਾਨੂੰਨਾਂ ਤੇ ਬ੍ਰੇਕ ਆਰਜ਼ੀ ਤੌਰ ਤੇ ਸੁਪਰੀਮ ਕੋਰਟ ਨੇ ਲਗਾ ਦਿੱਤੀ ਹੈ, ਪਰ ਇਹ ਬ੍ਰੇਕ ਅੰਦੋਲਨ ਤੇ ਇਹ ਬ੍ਰੇਕ ਕਿਸਾਨਾਂ ਦੇ ਜੋ ਪ੍ਰੋਗਰਾਮ ਉਲੀਕੇ ਗਏ ਨੇ ਉਹਨਾਂ ਤੇ ਲੱਗਦੀ ਨਜ਼ਰ ਨਹੀਂ ਆ ਰਹੀ। ਰਣਨੀਤੀ ਦਾ ਇਹ ਤਰੀਕਾ ਹੁੰਦਾ ਕਿ ਵਾਰਤਾਲਾਪ ਵੀ ਜਾਰੀ ਰੱਖੀ ਜਾਵੇ ਔਰ ਆਪ ਦਾ ਪ੍ਰੈਸ਼ਰ ਵੀ ਬਿਲਡ ਕਰਿਆ ਜਾਵੇ। ਸਰਕਾਰ ਆਪਣੇ ਵੇ ਨਾਲ ਪ੍ਰੈਸ਼ਰ ਬਿਲਡ ਕਰਦੀ ਹੈ, ਕਿਸਾਨ ਆਪਣੇ ਵੇ ਨਾਲ ਕਰਦੇ ਆ। ਸੋ ਉਹਨਾਂ ਦਾ ਆਪਣਾ ਤਰੀਕਾ ਹੈ। ਉਹਨਾਂ ਦੀ ਇਹ ਰਣਨੀਤੀ ਪੁਰਾਣੀ ਹੈ ਕਿ ਬੁਲਾਈ ਜਾਓ, ਗੱਲਾਂ ਜਿਹੀਆਂ ਕਰਕੇ ਤੋਰੀ ਜਾਓ। ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਪੰਜਾਬੀ ਹੈ ਖਾਸ ਕਰਕੇ ਇਹ ਲਈ ਆਪਣੀ ਦ੍ਰਿੜ ਦੇ ਪੱਕੇ ਹੈ, ਸਿੱਧਕੀ ਹੈ। ਇਹ ਤੁਸੀਂ ਸਮਝ ਹੋਣੇ ਪੰਜਾਬੀ ਹਿੰਦੀ 'ਚ ਇਹਦਾ ਮਤਲਬ ਹੈ। ਇਸ ਮਾਮਲੇ 'ਚ ਜਦੋਂ ਹੱਕ ਤੇ ਹਕੂਕ ਦੀ ਗੱਲ ਆਉਂਦੀ ਉਹ ਕਿਸੇ ਲਈ ਵੀ ਖੜ ਜਾਂਦੇ ਆ। ਤੁਹਾਨੂੰ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਲਾਂ, ਤੁਸੀਂ ਕਿਸੇ ਵੀ ਸਟੇਟ 'ਚ ਜਾਓ, ਜਦੋਂ ਕੋਈ ਤੁਹਾਡਾ ਬਾਹਰਲੀ ਸਟੇਟ ਵਾਲੇ ਨਾਲ ਝਗੜਾ ਹੁੰਦਾ ਹੈ ਤਾਂ ਉਸ ਸਟੇਟ ਵਾਲੇ ਸਾਰੇ ਇਕੱਠੇ ਹੋ ਜਾਂਦੇ ਆ। ਇਹ ਕਿਸੇ ਵੀ ਸਟੇਟ ਚਲੇ ਜਾਓ, ਪਰ ਪੰਜਾਬ ਇੱਕ ਐਸੀ ਸਟੇਟ ਆ, ਤੁਸੀਂ ਕਦੇ ਵੀ ਨੋਟ ਕਰ ਲਿਓ, ਜੇ ਤੁਸੀਂ ਦੂਜੀ ਸਟੇਟ ਨਾਲ ਲੜੋਗੇ ਤਾਂ ਪੰਜਾਬੀ ਦੂਜੇ ਪਾਸੇ ਖੜਾ ਹੋ ਜਾਊਗਾ। ਇਹ ਸਾਡੇ ਖੂਨ 'ਚ ਹੈ। ਸੋ ਅਸੀਂ ਆਪਣੇ ਹੱਕਾਂ ਲਈ ਇਹ ਗੱਲ ਕਰ ਰਹੇ ਹਾਂ ਔਰ 100% ਸਾਨੂੰ ਮਿਲ ਜਾਣੇ ਚਾਹੀਦੇ ਆ। ਸਰਕਾਰ ਕੋਲ ਕੁਝ ਨਹੀਂ, ਸਟੈਂਡ ਜਿੱਦਾਂ ਲੈ ਲੈਂਦਾ ਬੰਦਾ, ਸਟੈਂਡ ਲੈ ਗਿਆ ਉਹ, ਬਸ ਸਰਕਾਰ ਸਟੈਂਡ ਲੈ ਗਈ ਵੀ ਪਿੱਠ ਲੱਗ ਗਈ, ਹੁਣ ਉਹ ਤਾਂ ਲੱਗਣੀ ਹੈ। ਤਾਂ ਲੋਹੜੀ ਮੌਕੇ ਕਿਸਾਨਾਂ ਦਾ ਹੱਲਾ ਬੋਲ ਜਾਰੀ ਹੈ। ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾ ਰਹੀਆਂ ਨੇ। ਦਿੱਲੀ ਤੋਂ ਲੈ ਕੇ ਪੰਜਾਬ ਤੱਕ ਪ੍ਰਦਰਸ਼ਨ ਹੋ ਰਿਹਾ ਹੈ। ਵੱਖ-ਵੱਖ ਸਿਆਸਤਦਾਨਾਂ ਦੇ ਵੱਲੋਂ ਵੀ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ ਖੜਦਿਆਂ ਲੋਹੜੀ ਮਨਾਈ ਜਾ ਰਹੀ ਹੈ। ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਤੇ ਉਧਰ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਵੀ ਸਾਰਿਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਅੱਜ ਦੀ ਲੋਹੜੀ ਜਦੋਂ ਮਨਾਈ ਜਾਵੇ ਤਾਂ ਉਸ ਦੇ ਵਿੱਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਜ਼ਰੂਰ ਸਾੜੀਆਂ ਜਾਣ। ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਦੋ ਤਸਵੀਰਾਂ ਨੇ। ਬਾਰਡਰ ਤੋਂ ਲੈ ਕੇ ਪਿੰਡਾਂ ਸ਼ਹਿਰਾਂ ਤੱਕ ਜੋ ਲੋਹੜੀ ਹੈ ਉਹ ਇੱਕੋ ਤਰੀਕੇ ਦੇ ਨਾਲ ਮਨਾਈ ਜਾ ਰਹੀ ਹੈ। ਮਨਾਈ ਜਾ ਰਹੀ ਹੈ ਕਿਸਾਨਾਂ ਦੇ ਵੱਲੋਂ ਤੇ ਆਮ ਲੋਕਾਂ ਦੇ ਵੱਲੋਂ। ਹਾਂ, ਅਸੀਂ ਸਰਕਾਰ ਨੂੰ ਮੈਸੇਜ ਇਹੀ ਦੇਣਾ ਚਾਹਦੇ ਹਾਂ ਵੀ ਕਿਸਾਨਾਂ 'ਚ ਬਹੁਤ ਵੱਡਾ ਰੋਸ ਆ, ਮਜ਼ਦੂਰਾਂ 'ਚ ਬਹੁਤ ਵੱਡਾ ਰੋਸ ਆ। ਦੇਸ਼ ਵਾਸੀ ਅੱਜ ਲੋਹੜੀ ਦੇ ਤਿਉਹਾਰ ਨੂੰ ਉਸ ਤਰ੍ਹਾਂ ਤੇ ਖੁਸ਼ੀਆਂ ਨਾਲ ਮਨਾਉਂਦੇ ਆ, ਇਹਨੂੰ ਜੋਸ਼ ਨਾਲ ਉਤਸ਼ਾਹ ਨਾਲ ਮਨਾਉਂਦੇ ਆ। ਪਰ ਅੱਜ ਜੋਸ਼ ਤੇ ਉਤਸ਼ਾਹ ਤੇ ਜ਼ਰੂਰ ਹੈਗਾ, ਪਰ ਰੋਸ ਵਜੋਂ ਆ ਇਹ ਕਾਪੀਆਂ ਕਾਨੂੰਨਾਂ ਦੀਆਂ ਜਿਹੜੀਆਂ ਤਿੰਨੋਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਵਾ, ਕਾਲੇ ਕਾਨੂੰਨਾਂ ਦੀਆਂ, ਉਹ ਜਲਾਤੀਆਂ ਵਾ। ਇਹ ਜਲਾਈਆਂ ਜਾ ਰਹੀਆਂ। ਇਹ ਸ਼ਾਮ ਦੇ 8 ਵਜੇ ਤੱਕ ਜਿਹੜਾ ਵਾ, ਰਾਤ ਦੇ 8 ਵਜੇ ਤੱਕ ਇਹ ਕਾਰਜਕ੍ਰਮ ਲਗਾਤਾਰ ਸਾਡਾ ਜਾਰੀ ਰਹੇਗਾ। ਤੇ ਪੂਰੇ ਪੰਜਾਬ ਦੇ 11 ਪਿੰਡਾਂ ਦੇ ਵਿੱਚ ਲੱਖੋਂ ਕਿਸਾਨ ਮਜ਼ਦੂਰ ਅੱਜ ਜਿਹੜੇ ਆ ਉਹ ਕਰੋੜਾਂ ਕਾਪੀਆਂ ਇਹ ਫੂਕ ਰਹੇ ਆ। ਲਗਾਤਾਰ ਉੱਥੇ ਕਾਰਜਕ੍ਰਮ ਚੱਲ ਰਿਹਾ ਕਿਉਂਕਿ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ 'ਚ ਜੋ ਸਾਡੇ ਵਰਕਰ ਆ ਬਹੁਤ ਵੱਡਾ ਰੋਸ ਆ। ਬੀਬੀਆਂ, ਕਿਸਾਨ, ਮਜ਼ਦੂਰ ਸਭ ਲੱਗੇ ਹੋਏ ਆ ਤੇ ਸਾਡੀ ਮੰਗ ਇੱਕ ਹੀ ਆ, ਤਿੰਨੇ ਕਾਲੇ ਖੇਤੀ ਕਾਨੂੰਨ ਜਿਹੜੇ ਆ ਉਹ ਮੋਦੀ ਦੀ ਸਰਕਾਰ ਰੱਦ ਕਰੇ। ਸੁਲਤਾਨਪੁਰ ਲੋਧੀ ਵਿਖੇ ਆ ਲੋਹੜੀ ਦਾ ਭੁੱਗਾ ਬਾਲ ਕੇ ਕਾਲੇ ਕਾਨੂੰਨ ਜਿਹੜੇ ਕੇਂਦਰ ਸਰਕਾਰ ਲਿਖ ਕੇ ਆਈ ਆ ਉਹਦੀਆਂ ਕਾਪੀਆਂ ਸਾੜ ਕੇ ਹਟੇ ਆ ਤੇ ਕੇਂਦਰ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਜਿਹੜੇ ਕਾਲੇ ਕਾਨੂੰਨ ਆ ਇਹ ਵਾਪਸ ਕਰ ਲਾ। ਜੇ ਤੂੰ ਵਾਪਸ ਇਹ ਕਾਨੂੰਨ ਨਾ ਕੀਤੇ ਤੇ ਜਿੰਨੇ ਵੀ ਸਾਡੇ ਤਿਉਹਾਰ ਆ ਇਸੇ ਤਾਂ ਅਸੀਂ ਸੜਕਾਂ ਦੇ ਉੱਤੇ ਸੰਘਰਸ਼ਾਂ ਦੇ ਮੈਦਾਨ ਵਿੱਚ ਮਨਾਵਾਂਗੇ। ਤੇ ਵੱਡੀ ਪੱਧਰ ਦੇ ਉੱਤੇ ਆੜੀ 26 ਜਨਵਰੀ ਆ, ਉੱਥੇ ਲੱਖਾਂ ਸਾਡੇ ਟਰੈਕਟਰ ਜਾ ਰਹੇ ਆ। ਪੰਜਾਬ ਦੇ ਵਿੱਚੋਂ ਹਰ ਪਿੰਡ ਚੋਂ ਟਰੈਕਟਰ ਜਾ ਰਹੇ ਆ, ਲੱਖਾਂ ਟਰੈਕਟਰ ਜਾ ਰਹੇ ਆ ਤੇ ਉੱਥੇ ਵੀ ਅਸੀਂ ਟਰੈਕਟਰ ਮਾਰਚ ਕਰਾਂਗੇ ਤੇ ਸ਼ਾਂਤਮਈ ਜਿਸ ਤਰ੍ਹਾਂ ਸਾਡਾ ਪਹਿਲਾ ਅੰਦੋਲਨ ਚੱਲਣ ਡਿਆ ਇਸੇ ਤਰ੍ਹਾਂ ਹੀ ਸ਼ਾਂਤਮਈ ਅੰਦੋਲਨ ਚਲਾਵਾਂਗੇ ਉੱਥੇ ਵੀ। ਤੇ ਉਧਰ ਸਿਆਸਤਦਾਨਾਂ ਦੇ ਵੱਲੋਂ ਵੀ ਪੂਰੀ ਹਮਾਇਤ ਕਿਸਾਨਾਂ ਦੀ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਵੀ ਕਿਸਾਨਾਂ ਦਾ ਪੂਰਾ ਸਮਰਥਨ ਦੇ ਰਹੀ ਹੈ। ਸੰਗਰੂਰ ਦੇ ਵਿੱਚ ਪਾਰਟੀ ਵੱਲੋਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਈ ਗਈ ਤੇ ਇੱਥੇ ਅਮਨ ਅਰੋੜਾ ਮੌਜੂਦ ਰਹੇ, ਨਾਲ ਹੋਰ ਆਮ ਆਦਮੀ ਪਾਰਟੀ ਦੇ ਜੋ ਆਗੂ ਸੀ ਉਹ ਮੌਜੂਦ ਰਹੇ। ਇਹਨਾਂ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਤੇ ਲੋਹੜੀ ਮਨਾਈ। ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਣਗੇ ਇਹ ਵਿਰੋਧ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ। ਤਾਂ ਅਮਨ ਅਰੋੜਾ ਦੀ ਅਗਵਾਈ ਦੇ ਵਿੱਚ ਇੱਥੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਸੰਗਰੂਰ ਦੇ ਵਿੱਚ ਲੋਹੜੀ ਮਨਾਈ ਗਈ।
ਤੇ ਉਧਰ ਸੁਪਰੀਮ ਕੋਰਟ ਦੇ ਵੱਲੋਂ ਜੋ ਫੈਸਲਾ ਸੁਣਾਇਆ ਗਿਆ ਹੈ ਉਸ ਤੋਂ ਬਾਅਦ ਕਮੇਟੀ ਗਠਿਤ ਕੀਤੀ ਗਈ ਹੈ। ਉਸ ਕਮੇਟੀ ਤੇ ਲਗਾਤਾਰ ਘਮਸਾਨ ਛਿੜਿਆ ਹੋਇਆ ਹੈ। ਇਹ ਗਠਿਤ ਕਮੇਟੀ 'ਚ ਸ਼ਾਮਿਲ ਮੈਂਬਰ ਅਨਿਲ ਕਨਵਰ ਦਾ ਕਹਿਣਾ ਹੈ ਕਿ ਕਮੇਟੀ ਤੇ ਸਵਾਲ ਚੁੱਕਣਾ ਗਲਤ ਹੈ। ਕਮੇਟੀ ਦੇ ਸਾਰੇ ਮੈਂਬਰ ਨਿਰਪੱਖ ਨੇ, ਪਰ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਲਗਾਤਾਰ ਇਸ ਕਮੇਟੀ ਦੇ ਮੈਂਬਰਾਂ ਤੇ ਸਵਾਲ ਖੜੇ ਕਰ ਰਹੀਆਂ ਨੇ। ਸਾਡੇ ਨਾਲ ਬੀਕੇਯੂ ਡਕੌਂਡਾ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਮੌਜੂਦ ਨੇ। ਜਿਹੜਾ ਬੀਤੇ ਦਿਨੀ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਜਿਹੜੇ ਤਿੰਨੇ ਕਾਨੂੰਨ ਨੇ ਉਹਨਾਂ ਦੇ ਉੱਪਰ ਹਲੇ ਬ੍ਰੇਕ ਲਗਾ ਦਿੱਤੀ ਗਈ ਆ, ਭਾਵ ਹਲੇ ਹੋਲਡ ਕਰ ਦਿੱਤੇ ਗਏ ਨੇ, ਇਸ ਫੈਸਲੇ ਨੂੰ ਕਿਸ ਤਰੀਕੇ ਨਾਲ ਦੇਖਦੇ? ਦੇਖੋ, ਅਸੀਂ ਕਹਿੰਦੇ ਹਾਂ ਕਿ ਭਾਰਤ ਸਰਕਾਰ ਨੇ ਜਿਹੜੇ ਤਿੰਨੇ ਕਾਨੂੰਨ ਬਣਾਇਆ ਉਹ ਗਲਤ ਬਣਾਇਆ। ਰਾਜਾਂ ਦੇ ਅਧਿਕਾਰ ਖੇਤਰ ਦੇ ਵਿੱਚ ਨਜਾਇਜ਼ ਉਹਨਾਂ ਨੇ ਦਖਲਅੰਦਾਜ਼ੀ ਕੀਤੀ ਆ, ਭਾਰਤੀ ਸੰਵਿਧਾਨ ਦੀ ਉਲੰਘਣਾ ਕੀਤੀ ਆ ਭਾਰਤ ਦੀ ਸਰਕਾਰ ਨੇ। ਇਸ ਕਰਕੇ ਜਿਹੜਾ ਕੱਲ ਫੈਸਲਾ ਸੁਪਰੀਮ ਕੋਰਟ ਨੇ ਸੁਣਾਇਆ, ਅਸੀਂ ਉਹਨੂੰ ਪ੍ਰਾਪਤੀ ਦੇ ਤੌਰ ਤੇ ਲੈ ਕੇ ਜਾਂਦੇ ਆ, ਕਿਉਂਕਿ ਜੋ ਗੱਲ ਅਸੀਂ ਕਹਿੰਦੇ ਆ ਕਿ ਕਾਨੂੰਨ ਜਿਹੜੇ ਗਲਤ ਬਣੇ ਆ ਤਾਂ ਸੁਪਰੀਮ ਕੋਰਟ ਨੇ ਇਸੇ ਕਰਕੇ ਹੋਲਡ ਕੀਤੇ ਆ। ਉਹ ਜੇ ਗਲਤ ਬਣਿਆ ਤਾਂ ਹੀ ਹੋਲਡ ਦੀ ਲੋੜ ਨਿਕਲੀ, ਨਹੀਂ ਤਾਂ ਲੋੜ ਨਹੀਂ ਸੀ ਨਿਕਲਣੀ। ਇਸ ਕਰਕੇ ਇਹਨੂੰ ਤਾਂ ਅਸੀਂ ਮੰਨਦੇ ਹਾਂ ਠੀਕ ਕਿ ਪ੍ਰਾਪਤੀ ਹੈ, ਪਰ ਜਿਹੜੀ ਦੂਜੀ ਕਮੇਟੀ ਬਣਾਈ ਹੈ, ਕਮੇਟੀ ਨਾਲ ਅਸੀਂ ਬਿਲਕੁਲ ਸਹਿਮਤ ਨਹੀਂ ਹਾਂ। ਪਹਿਲੀ ਗੱਲ ਤਾਂ ਕਮੇਟੀ ਦੇ ਚੱਕਰ 'ਚ ਪੈਣਾ ਹੀ ਨਹੀਂ ਚਾਹੁੰਦੇ ਅਸੀਂ ਕਹਿੰਦੇ ਹਾਂ ਕਿ ਭਾਰਤ ਸਰਕਾਰ ਨੇ ਬਣਾਇਆ, ਭਾਰਤ ਸਰਕਾਰ ਤਿੰਨਾਂ ਕਾਨੂੰਨਾਂ ਨੂੰ ਰੱਦ ਕਰੇ। ਕਮੇਟੀਆਂ ਦੀ ਕੋਈ ਲੋੜ ਨਹੀਂ ਤੇ ਨਾ ਅਦਾਲਤਾਂ ਦੀ ਲੋੜ ਹੈ ਇਹਦੇ ਵਿੱਚ। ਅਗਰ ਜਿਹੜੀ ਉਹ ਕਮੇਟੀ ਬਣਾਈ ਹੈ ਉਹਦੇ ਵਿੱਚ ਅਸੀਂ ਸ਼ਾਮਲ ਨਹੀਂ ਹੋਵਾਂਗੇ, ਉਹਦੇ ਅੱਗੇ ਪੇਸ਼ ਨਹੀਂ ਹੋਵਾਂਗੇ। ਪਹਿਲੀ ਗੱਲ ਤਾਂ ਇਹ ਸਿਧਾਂਤਕ ਤੌਰ ਤੇ ਹੀ ਅਸੀਂ ਉਹਨੂੰ ਰੱਦ ਕਰਦੇ ਹਾਂ ਕਮੇਟੀ ਨੂੰ। ਦੂਜੀ ਗੱਲ ਜਿਹੜੇ ਉਹਦੇ ਚਾਰੇ ਨੁਮਾਇੰਦੇ ਆ, ਇੱਕ ਤਾਂ ਮੋਦੀ ਜੀ ਦਾ ਸਲਾਹਕਾਰ ਹੈ, ਦੂਜੇ ਅਰਥ ਸ਼ਾਸਤਰੀ ਇਹਨਾਂ ਦੇ ਤਿੰਨੇ, ਇੱਕ ਪੰਜਾਬ ਦਾ ਭੁਪਿੰਦਰ ਮਾਨ ਜਿਹੜਾ ਪੂਰੇ ਪੰਜਾਬ 'ਚੋਂ ਨਿਖੜਿਆ ਹੋਇਆ। ਇੱਕ ਸਮੇਂ ਜਦੋਂ ਪੰਜਾਬ ਦਾ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਕਰਦਾ ਸੀ ਭੁਪਿੰਦਰ ਮਾਨ, ਤਾਂ ਉਦੋਂ ਵਿਕ ਚੁੱਕਿਆ ਸੀ, ਉਹ ਰਾਜ ਸਭਾ ਦਾ ਮੈਂਬਰ ਬਣ ਗਿਆ ਸੀਗਾ। ਉਦੋਂ ਤੋਂ ਹੀ ਲੋਕਾਂ ਨੇ ਉਹਨੂੰ ਮੂੰਹ ਨਹੀਂ ਲਾਇਆ, ਨਿਖੜਿਆ ਹੋਇਆ ਬੰਦਾ। ਤੇ ਜਿਹੜੇ ਚਾਰੇ ਨੁਮਾਇੰਦੇ ਆ, ਚਾਰੇ ਨੁਮਾਇੰਦਿਆਂ ਦਾ ਤੁਸੀਂ ਅੰਗਰੇਜ਼ੀ ਦੇ ਅਖਬਾਰ ਚੱਕੋ, ਹਿੰਦੀ ਦੇ ਅਖਬਾਰ ਚੱਕੋ, ਪੰਜਾਬੀ ਦੇ ਅਖਬਾਰ ਚੱਕੋ, ਚਾਰਾਂ ਦੇ ਵੱਡੇ ਵੱਡੇ ਆਰਟੀਕਲ ਆਏ ਹੋਇਆ ਹੈ ਕਿ ਕਾਨੂੰਨ ਕਿਸਾਨਾਂ ਦੇ ਪੱਖ ਦੇ ਵਿੱਚ ਹੈ। ਤਾਂ ਕਿਸਾਨ ਆਗੂਆਂ ਦੇ ਵੱਲੋਂ ਸਿੱਧੇ ਤੌਰ ਤੇ ਕਮੇਟੀ ਅਤੇ ਕਮੇਟੀ ਮੈਂਬਰਾਂ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ। ਤਾਂ ਉਧਰ ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ 'ਚ ਸ਼ਾਮਿਲ ਮੈਂਬਰ ਅਨਿਲ ਕਨਵਰ ਦਾ ਕਹਿਣਾ ਹੈ ਕਿ ਕਮੇਟੀ ਤੇ ਸਵਾਲ ਚੁੱਕਣਾ ਗਲਤ ਹੈ, ਕਿਉਂਕਿ ਕਮੇਟੀ ਦੇ ਸਾਰੇ ਮੈਂਬਰ ਨਿਰਪੱਖ ਨੇ ਤੇ ਕਿਸੇ ਵੀ ਸਿਆਸੀ ਪਾर्टी ਨਾਲ ਕੋਈ ताल्लुक नहीं है। तो ये आंदोलन कहीं तो रुकना चाहिए और किसानों के हित में एक कानून बनना चाहिए। किसानों की जो मांग है कि ये नए कानून किसानों के हित में नहीं है, वो रद्द करे, लेकिन रद्द करने के बजाय उसमें संशोधन होना चाहिए। ये हमारी भी मांग रही है पहले से। तो अभी सुप्रीम कोर्ट ने इसमें इंटरवेंशन करके उसको स्टे दिया है। वो कितने दिनों तक दिया है कि उसका ये कार्यकाल मुझे मालूम नहीं है, लेकिन इस दरमियान जो आंदोलक किसान नेता है उन्होंने कमेटी के साथ सहकार्य करके चर्चा करके उनकी बात रखनी चाहिए, और फिर जो रिपोर्ट तैयार होगी उसमें उन लोगों को भी न्याय मिलेगा जो आज रास्ते पे बैठे हैं, उनको भी न्याय मिलेगा। कुछ किसान फ्रीडम चाहते हैं, उनको भी फ्रीडम मिलेगा, और एक तरीके से पूरे देश के किसानों को इसमें न्याय मिलेगा, उनकी उन्नति होगी, उनकी आय बढ़ेगी। इसकी दिशा में एक रिपोर्ट कमेटी तैयार करके सरकार को पेश करेगी। कहना गलत है, क्योंकि अशोक गुलाटी जी है वो तो कोई पॉलिटिकल लीडर नहीं है या वो किसी संगठन से जुड़े भी नहीं है। तो वो CACP के चेयरमैन रह चुके हैं, एडवाइजरी कमेटी में बहुत रह चुके हैं, और वो एक एग्रो इकोनॉमिस्ट है। उनकी खुद की कुछ विचारधारा नहीं है या कोई पार्टी से भी जुड़े हुए नहीं है। तो ये सरकार के हित में है ऐसा उनको तो नहीं कहा जा सकता। हमारी भी कुछ राय है, हम तो पहले से निष्पक्ष रहे, किसी पार्टी के बाजू में हमने कभी काम नहीं किया, बस किसानों के हित में काम किया है। और अभी भी जो कुछ भी होगा वो सभी किसानों के हित में होगा, ना कि सिर्फ महाराष्ट्र के आता।